हेलो स्टूडेंट्स, आई एम सुखिंदर कौर फ्रॉम डिपार्टमेंट ऑफ इकनॉमिक्स GGDST कॉलेज हरियाणा हुशियारपुर। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਕਰਨਾ ਫਾਰਮ ਬਿਜ਼ਨਸ ਐਨਾਲਿਸਿਸ। ਫਾਰਮ ਬਿਜ਼ਨਸ ਐਨਾਲਿਸਿਸ ਜਿਹੜਾ ਇਹਦੇ ਵਿੱਚ ਅੱਜ ਅਸੀਂ ਬਹੁਤ ਸਾਰੇ ਟੌਪਿਕਸ ਜਿਹੜੇ ਹੋਰ ਆ ਸਬ ਟੌਪਿਕਸ ਅੱਜ ਕਰਾਂਗੇ। ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਦੇ ਵਿੱਚ ਟੌਪਿਕ ਅਸੀਂ ਕਰਨਾ ਉਹ ਹੈਗਾ ਮੈਥਡਸ ਆਫ ਫਾਰਮ ਅਕਾਊਂਟੈਂਸੀ। ਮੈਥਡਸ ਕੀ ਹੈਗੇ ਆ ਫਾਰਮ ਅਕਾਊਂਟੈਂਸੀ ਦੇ। ਅਤੇ ਸਭ ਤੋਂ ਪਹਿਲਾਂ ਤਾਂ ਫਾਰਮ ਅਕਾਊਂਟੈਂਸੀ ਕੀ ਹੈ। ਫਾਰਮ ਅਕਾਊਂਟੈਂਸੀ ਜਿਹੜੀ ਹੈ ਸਿਸਟਮ ਆਫ ਰਿਕਾਰਡ ਰਿਟਨ ਟੂ ਫਰਨਿਸ਼ ਹਿਸਟਰੀ ਆਫ ਦੀ ਬਿਜ਼ਨਸ ਟ੍ਰਾਂਜੈਕਸ਼ਨਸ ਵਿਦ ਸਪੈਸ਼ਲ ਰੈਫਰੈਂਸ ਟੂ ਇਸ ਫਾਈਨੈਂਸ਼ੀਅਲ ਸਾਈਡ। ਮੈਂ ਕਿਸੇ ਵੀ ਫਾਰਮ ਬਿਜ਼ਨਸ 'ਤੇ ਜਿਹੜੇ ਫਾਈਨੈਂਸ਼ੀਅਲ ਸਾਈਡ ਉਸ 'ਤੇ ਫਾਈਨੈਂਸ਼ੀਅਲ ਜਿਹੜੇ ਲੈਣ ਦੇਣ ਉਹਦੇ ਵਿੱਚ ਹੁੰਦੇ ਪਏ ਆ, ਜਾਂ ਇਨਕਮਿੰਗ ਆ ਜਾਂ ਆਊਟਕਮਿੰਗ ਆ ਫਾਈਨਾਂਸ ਮਨੀ ਦੀ, ਜਿਹੜੀ ਮਨੀ ਆਉਂਦੀ ਪਈ ਆ ਫਾਰਮ ਨੂੰ ਜਾਂ ਮਨੀ ਜਾਂਦੀ ਪਈ ਆ ਐਜ਼ ਆ ਜਦੋਂ ਅਸੀਂ ਇਨਪੁੱਟ ਲੈਂਦੇ ਹਾਂ, ਜਦੋਂ ਅਸੀਂ ਬਾਈ ਕਰਦੇ ਹਾਂ ਤਾਂ ਸਾਡੀ ਪੇਮੈਂਟ ਹੁੰਦੀ ਪਈ ਹੈ। ਜਦੋਂ ਅਸੀਂ ਆਪਣੇ ਆਊਟਪੁੱਟ ਨੂੰ ਵੇਚਦੇ ਹਾਂ, ਉਸ ਦੀ ਸੇਲ ਕਰਦੇ ਹਾਂ ਤਾਂ ਸਾਨੂੰ ਉਹਦੇ ਤੋਂ ਇਨਕਮ ਹੁੰਦੀ ਪਈ ਹੈ। ਔਰ ਉਹ ਸਾਰੇ ਦਾ ਰਿਕਾਰਡ ਜਿਹੜਾ ਹੁੰਦਾ ਉਹਨੂੰ ਫਾਰਮ ਅਕਾਊਂਟੈਂਸੀ ਕਿਹਾ ਜਾਂਦਾ। ਅਤੇ ਇਹਦੇ ਵਿੱਚ ਕਿਹੜੇ ਕਿਹੜੇ ਮੈਥਡਸ ਆ ਜਿਹੜੇ ਫਾਰਮ ਅਕਾਊਂਟੈਂਸੀ ਦੇ ਵਿੱਚ ਹੈਗੇ ਆ। ਫਾਰਮ ਅਕਾਊਂਟੈਂਸੀ 'ਚ ਕਿਹੜਾ ਮੈਥਡ ਅਸੀਂ ਅਡੋਪਟ ਕਰਨਾ, ਇਹ ਡਿਪੈਂਡ ਕਰਦਾ ਹੈ ਕਿ ਸਾਈਜ਼ ਕਿਸ ਤਰ੍ਹਾਂ ਦਾ ਫਾਰਮ ਦਾ। ਕਿਉਂਕਿ ਅਸੀਂ ਦੇਖਿਆ ਸੀ ਸਮਾਲ ਸਾਈਜ਼ ਫਾਰਮ ਹੁੰਦੇ ਆ, ਲਾਰਜ ਸਕੇਲ ਫਾਰਮ ਹੁੰਦੇ ਆ, ਡਿਵਰਸੀਫਾਈਡ ਫਾਰਮ ਹੁੰਦੇ ਆ, ਸਪੈਸ਼ਲਾਈਜ਼ਡ ਫਾਰਮ ਹੁੰਦੇ ਆ। ਜਿਹੜੀਆਂ ਵੀ ਟਾਈਪਸ ਕੀਤੀਆਂ ਸੀ ਉਸ ਤਰ੍ਹਾਂ ਦੇ ਸਾਡੇ ਜਿਹੜੇ ਫਾਰਮਸ ਹੁੰਦੇ ਆ। ਉਸ ਤੋਂ ਬਾਅਦ ਮਿਕਸਡ ਫਾਰਮਿੰਗ ਵੀ ਹੁੰਦੀ ਹੈ। ਅਤੇ ਹੁਣ ਅਸੀਂ ਉਹਦੇ ਅਕੋਰਡਿੰਗ ਜਿਹੜੀ ਕਿਹੜਾ ਮੈਥਡ ਆ ਜਿਹੜਾ ਅਡੋਪਟ ਕੀਤਾ ਜਾਏਗਾ ਉਹ 'ਤੇ ਡਿਪੈਂਡ ਕਰਦਾ ਹੈ ਤੁਹਾਡੇ ਫਾਰਮ ਦੇ ਸਾਈਜ਼ ਦੇ ਉੱਤੇ। ਔਰ ਪਰ ਜਿਹੜਾ ਵੀ ਮੈਥਡ ਹੋਵੇ, ਹਰੇਕ ਮੈਥਡ ਦੇ ਵਿੱਚ ਹਰੇਕ ਰਿਕਾਰਡ ਦੇ ਵਿੱਚ ਤੁਸੀਂ ਇਨਕਮਿੰਗ ਮਤਲਬ ਇਨਕਮ ਜਦੋਂ ਹੁੰਦੀ ਪਈ ਹੈ ਤੁਹਾਡੀ ਫਾਰਮ ਨੂੰ, ਇਨਕਮ ਜਦੋਂ ਆਉਂਦੀ ਪਈ ਆ ਕੋਈ ਵੀ ਚੀਜ਼ ਦੀ ਸੇਲ ਕਰਨ 'ਤੇ ਔਰ ਕਿਸੇ ਵੀ ਚੀਜ਼ ਨੂੰ ਪਰਚੇਜ਼ ਕਰਨ 'ਤੇ ਜਿਹੜੀ ਉਹਨੂੰ ਪੇਮੈਂਟ ਕਰਨੀ ਪੈਂਦੀ ਆ, ਉਹ ਸਾਰੇ ਦਾ ਰਿਕਾਰਡ ਹੁੰਦਾ। ਔਰ ਆਰਾਮ ਕਰਕੇ ਫਾਰਮ ਅਕਾਊਂਟਸ ਜਿਹੜੇ ਆ ਉਹ ਸਿੰਪਲ ਹੋਣੇ ਚਾਹੀਦੇ ਆ, ਈਜ਼ੀ ਹੋਣੇ ਚਾਹੀਦੇ ਆ, ਔਰ ਇਹਨਾਂ ਦਾ ਐਨਾਲਿਸਿਸ ਆ ਜਿਹੜਾ ਬਹੁਤ ਜ਼ਿਆਦਾ ਆਸਾਨੀ ਨਾਲ ਕੀਤਾ ਜਾ ਸਕਦਾ ਹੋਵੇ। ਅਤੇ ਮੇਨ ਟਾਈਪਸ ਜਿਹੜੀਆਂ ਫਾਰਮ ਅਕਾਊਂਟਸ ਦੀਆਂ ਉਹ ਕਿਹੜੀਆਂ ਹੈਗੀਆਂ, ਇਹਦੇ ਵਿੱਚ ਸਭ ਤੋਂ ਪਹਿਲਾਂ ਫਾਰਮ ਫਾਈਨੈਂਸ਼ੀਅਲ ਅਕਾਊਂਟਿੰਗ ਹੁੰਦੀ ਹੈ, ਦੂਸਰੀ ਫਾਰਮ ਕਾਸਟ ਅਕਾਊਂਟਿੰਗ ਹੁੰਦੀ ਹੈ, ਅਤੇ ਇੱਕ ਫਾਰਮ ਇਨਵੈਂਟਰੀ ਹੈ। ਫਾਰਮ ਫਾਈਨੈਂਸ਼ੀਅਲ ਅਕਾਊਂਟਿੰਗ ਕੀ ਆ ਕਿ ਇਹਦੇ ਵਿੱਚ ਤੁਸੀਂ ਦਿਸ ਇਜ਼ ਦਾ ਰਿਕਾਰਡ ਆਫ ਦੀ ਐਕਸਪੈਂਡੀਚਰ ਐਂਡ ਇਨਕਮ ਆਫ ਦੀ ਵੇਰੀਅਸ ਐਂਟਰਪ੍ਰਾਈਜ਼ਸ। ਤੁਸੀਂ ਕ੍ਰੋਪ ਵੀ ਉਗਾਉਂਦੇ ਹੋ, ਤੁਸੀਂ ਡੇਅਰੀ ਫਾਰਮਿੰਗ ਕਰਦੇ ਹੋ, ਹਾਰਟੀਕਲਚਰ ਕਰਦੇ ਹੋ, ਫਲੋਰੀਕਲਚਰ ਕਰਦੇ ਹੋ, ਵੈਜੀਟੇਬਲਸ ਉਗਾਉਂਦੇ ਹੋ, ਪੋਲਟਰੀ ਫਾਰਮਿੰਗ ਕਰਦੇ ਹੋ, ਬੀ ਕੀਪਿੰਗ ਕਰਦੇ ਹੋ, ਐਗਰੀਕਲਚਰਲ ਐਕਟੀਵਿਟੀਜ਼ ਕਰਦੇ ਹੋ। ਇਹਦੇ ਵਿੱਚ ਤੁਹਾਡੀ ਇਹ ਐਕਸਪੈਂਡੀਚਰ ਹੁੰਦੇ ਪਏ ਆ, ਖਰਚ ਹੁੰਦੇ ਪਏ ਆ, ਅਤੇ ਇਨਕਮ ਤੁਹਾਨੂੰ ਆਉਂਦੀ ਪਈ ਹੈ। ਔਰ ਜਿਹੜੇ ਤੁਹਾਡੇ ਇਨਕਮ ਅਤੇ ਐਕਸਪੈਂਡੀਚਰ ਦਾ ਤੁਹਾਡਾ ਰਿਕਾਰਡ ਹੋਣਾ ਆ। ਔਰ ਇਹ ਜਿਹੜੇ ਉਹਨੂੰ ਤੁਸੀਂ ਫਾਰਮ ਫਾਈਨੈਂਸ਼ੀਅਲ ਅਕਾਊਂਟਿੰਗ ਕਹਿੰਦੇ ਹੋ। ਔਰ ਉਹਦੇ ਵਿੱਚ ਤੁਹਾਡੇ ਪ੍ਰੋਫਿਟ ਅਤੇ ਲੋਸ ਦੋਨੇ ਦਿਖਾਏ ਜਾਂਦੇ ਆ। ਜੇ ਤੁਹਾਡੇ ਐਕਸਪੈਂਡੀਚਰ ਜ਼ਿਆਦਾ ਹੈ ਤਾਂ ਤੁਹਾਡੀ ਲੋਸ ਹੋਏਗੀ, ਜੇ ਤੁਹਾਡੀ ਇਨਕਮ ਜ਼ਿਆਦਾ ਹੈ ਤਾਂ ਤੁਹਾਡਾ ਪ੍ਰੋਫਿਟ ਹੋਏਗਾ। ਔਰ ਇਹਦੇ ਐਂਡ ਦੇ ਵਿੱਚ ਜਿਹੜਾ ਫਾਰਮ ਫਾਈਨੈਂਸ਼ੀਅਲ ਅਕਾਊਂਟ ਹੁੰਦਾ ਹੈ, ਇਹਦੇ ਐਂਡ ਦੇ ਵਿੱਚ ਇੱਕ ਬੈਲੈਂਸ ਸ਼ੀਟ ਹੈ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਾਰਮ ਕਾਸਟ ਅਕਾਊਂਟਿੰਗ ਹੈ ਜਿਹੜੀ। ਫਾਰਮ ਕਾਸਟ ਅਕਾਊਂਟਿੰਗ ਦੇ ਵਿੱਚ ਅਸਲ ਦੇ ਵਿੱਚ ਦੋ ਅੱਗੇ ਪਾਰਟਸ ਹੈਗੇ ਆ। ਸਿੰਗਲ ਐਂਟਰਪ੍ਰਾਈਜ਼ ਕਾਸਟ ਅਕਾਊਂਟਿੰਗ ਆਉਂਦੀ ਹੈ, ਇੱਕ ਫੁੱਲ ਕਾਸਟ ਅਕਾਊਂਟਿੰਗ ਆਉਂਦੀ ਹੈ। ਸਿੰਗਲ ਐਂਟਰਪ੍ਰਾਈਜ਼ ਕਾਸਟ ਅਕਾਊਂਟਿੰਗ ਦੇ ਵਿੱਚ ਤਾਂ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਜਦੋਂ ਅਸੀਂ ਐਗਰੀਕਲਚਰਲ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਅਸੀਂ ਐਗਰੀਕਲਚਰ ਐਂਡ ਅਲਾਈਡ ਐਕਟੀਵਿਟੀਜ਼, ਬੀ ਕੀਪਿੰਗ, ਮਸ਼ਰੂਮ ਫਾਰਮਿੰਗ, ਡੇਅਰੀ ਫਾਰਮਿੰਗ, ਹਾਰਟੀਕਲਚਰ, ਫਲੋਰੀਕਲਚਰ, ਇਹ ਸਾਰਾ ਕੁਛ ਨਾਲ ਕਰਦੇ ਹੁੰਦੇ ਆ। ਔਰ ਜਦੋਂ ਤੁਸੀਂ ਇਹਨਾਂ ਦੇ ਵਿੱਚ ਸਿਰਫ ਇੱਕ ਐਂਟਰਪ੍ਰਾਈਜ਼ 'ਤੇ ਇਨਕਮ ਅਤੇ ਐਕਸਪੈਂਡੀਚਰ ਦਾ ਰਿਕਾਰਡ ਰੱਖੋਗੇ, ਉਹ ਸਿੰਗਲ ਕਾਸਟ ਅਕਾਊਂਟਿੰਗ ਹੋਏਗੀ। ਇੱਕ ਫਾਰਮ ਦੇ ਇਨਕਮ ਅਤੇ ਐਕਸਪੈਂਡੀਚਰ ਦਾ ਜਦੋਂ ਰਿਕਾਰਡ ਰੱਖੋਗੇ, ਅਤੇ ਜਦੋਂ ਤੁਸੀਂ ਸਾਰੇ ਫਾਰਮ ਦਾ ਇਕੱਠਾ ਰਿਕਾਰਡ ਰੱਖੋਗੇ, ਸਾਰੇ ਐਂਟਰਪ੍ਰਾਈਜ਼ਸ ਦਾ ਇਕੱਠਾ ਰਿਕਾਰਡ ਕਰੋਗੇ, ਉਹ ਫੁੱਲ ਫਾਰਮ ਅਕਾਊਂਟਿੰਗ ਹੋਏਗੀ। ਅਤੇ ਇੱਕ ਜਿਹੜੀ ਤੀਸਰੀ ਟਾਈਪ ਆ ਉਹ ਫਾਰਮ ਇਨਵੈਂਟਰੀ ਹੈਗੀ ਆ। ਇਟ ਇਜ਼ ਦੀ ਲਿਸਟ ਆਫ ਦੀ ਪ੍ਰੋਪਰਟੀ ਆਫ ਦੀ ਫਾਰਮ, ਕਿ ਫਾਰਮ ਦੇ ਕੋਲ ਕਿਹੜੀ ਪ੍ਰੋਪਰਟੀ ਹੈਗੀ ਆ। ਇਹ ਫਿਜ਼ੀਕਲ ਆਈਟਮਸ ਅਤੇ ਉਹਨਾਂ ਦੀਆਂ ਵੈਲਿਊਜ਼ ਆ ਜਿਹੜੀਆਂ ਉਹ ਦੱਸਦਾ। ਕਿਉਂਕਿ ਇਨਕਮ ਅਤੇ ਐਕਸਪੈਂਡੀਚਰ ਤਾਂ ਆਪਾਂ ਪਹਿਲੇ ਅਕਾਊਂਟਸ ਦੇ ਵਿੱਚ ਲਿਖ ਲਿਆ ਨਾ, ਪਰ ਜਿਸ ਤਰ੍ਹਾਂ ਮੰਨ ਲਓ ਅਸੀਂ ਇਸ ਸਾਲ ਟਰੈਕਟਰ ਲੈ ਲਿਆ ਅਤੇ ਉਹ ਟਰੈਕਟਰ ਤਾਂ ਸਾਡੇ ਕੋਲ 10 ਸਾਲ ਚੱਲੇਗਾ ਨਾ। ਫਾਰਮ ਅਕਾਊਂਟਿੰਗ ਆਪਾਂ ਜਾਂ ਫਾਈਨੈਂਸ਼ੀਅਲ ਅਕਾਊਂਟਿੰਗ ਇੱਕ ਸਾਲ ਹੀ ਕਰਦੇ ਪਏ ਹਾਂ। ਅਤੇ ਉਸ ਤੋਂ ਬਾਅਦ ਉਹਨੂੰ ਅਸੀਂ ਜਿਹੜਾ ਬਾਅਦ ਵਿੱਚ ਉਹਦਾ ਜਿਹੜਾ ਰਿਕਾਰਡ ਆ ਉਹ ਫਿਰ ਆਪਾਂ ਫਾਰਮ ਇਨਵੈਂਟਰੀ ਦੇ ਵਿੱਚ ਰੱਖਦੇ ਹਾਂ। ਉਸ ਤੋਂ ਬਾਅਦ ਅੱਗੇ ਜੋ ਪਾਰਟ ਅਸੀਂ ਅਗਲਾ ਟੋਪਿਕ ਜਿਹੜਾ ਕਰਨਾ ਉਹ ਹੈਗਾ ਸਿਸਟਮ ਆਫ ਫਾਰਮ ਅਕਾਊਂਟਿੰਗ ਔਰ ਬੁੱਕ ਕੀਪਿੰਗ। ਬੁੱਕ ਕੀਪਿੰਗ ਜਾਂ ਜਿਹੜੀ ਫਾਰਮ ਅਕਾਊਂਟਿੰਗ ਹੁੰਦੀ ਹੈ ਉਹਦਾ ਕੀ ਸਿਸਟਮ ਆ, ਉਹ ਕਿੱਦਾਂ ਹੁੰਦੀ ਆ। ਉਹਦੇ ਵਿੱਚ ਦੋ ਸਿਸਟਮ ਹੈਗੇ ਆ ਜੀ, ਇੱਕ ਹੈਗਾ ਡਬਲ ਐਂਟਰੀ ਸਿਸਟਮ ਅਤੇ ਇੱਕ ਹੈਗਾ ਸਿੰਗਲ ਐਂਟਰੀ ਸਿਸਟਮ। ਡਬਲ ਐਂਟਰੀ ਸਿਸਟਮ ਕਿਹੜਾ ਹੁੰਦਾ, ਦੇਅਰ ਆਰ ਟੂ ਪਾਰਟੀਜ਼ ਇਨ ਐਵਰੀ ਟ੍ਰਾਂਜੈਕਸ਼ਨ। ਸਾਨੂੰ ਪਤਾ ਹੀ ਹੈ, ਇੱਕ ਲੈਣ ਵਾਲਾ ਹੋਏਗਾ, ਇੱਕ ਦੇਣ ਵਾਲਾ ਹੋਏਗਾ, ਰਿਸੀਵਿੰਗ ਪਾਰਟੀ ਹੋਏਗੀ ਅਤੇ ਇੱਕ ਗਿਵਿੰਗ ਪਾਰਟੀ ਹੋਏਗੀ। ਔਰ ਜਦੋਂ ਤੁਸੀਂ ਦੋਨਾਂ ਦੀਆਂ ਐਂਟਰੀਜ਼ ਕਰਦੇ ਹੋ, ਰਿਸੀਵਿੰਗ ਦੀ, ਗਿਵਿੰਗ ਪਾਰਟੀ, ਦੋਨਾਂ ਦੀ ਇਕੱਠਿਆਂ ਦੀ ਐਂਟਰੀ ਕਰਦੇ ਹੋ। ਮੀਨਜ਼ ਇੱਕ ਦੀ ਡੈਬਿਟ ਕਰਕੇ ਐਂਟਰੀ ਕਰਦੇ ਹੋ ਅਤੇ ਇੱਕ ਦੀ ਕ੍ਰੈਡਿਟ ਕਰਕੇ ਐਂਟਰੀ ਕਰਦੇ ਹੋ। ਇੱਕ ਪੇ ਹੋ ਰਿਹਾ, ਇੱਕ ਆ ਰਿਹਾ, ਅਤੇ ਉਹਨੂੰ ਤੁਸੀਂ ਕਹਿੰਦੇ ਹੋ ਡਬਲ ਐਂਟਰੀ ਸਿਸਟਮ।
ਜਦੋਂ ਤੁਸੀਂ ਇੱਦਾਂ ਕਰੋਗੇ, ਇੱਕ ਸਾਈਡ ਤੇ ਤੁਸੀਂ ਡੈਬਿਟ ਲਿਖ ਲਓਗੇ, ਇੱਕ ਸਾਈਡ ਤੇ ਆਪਣੇ ਅਕਾਊਂਟ ਦੇ ਵਿੱਚ ਕ੍ਰੈਡਿਟ ਲਿਖ ਲਓਗੇ। ਮਤਲਬ ਇੱਕ ਸਾਈਡ ਤੇ ਤੁਸੀਂ ਜਿਹੜੀ ਤੁਹਾਨੂੰ ਇਨਕਮ ਹੋਈ ਆ ਉਹ ਦੱਸ ਦੋਗੇ, ਇੱਕ ਸਾਈਡ ਤੇ ਤੁਸੀਂ ਜਿਹੜੀ ਗਈ ਆ ਉਹ ਦੱਸ ਦੋਗੇ। ਤੇ ਇਸੇ ਤਰ੍ਹਾਂ ਇੱਕ ਸਾਈਡ ਤੇ ਲੈਣ ਵਾਲੇ ਦੀ ਐਂਟਰੀ, ਇੱਕ ਸਾਈਡ ਤੇ ਦੇਣ ਵਾਲੇ ਦੀ ਐਂਟਰੀ ਹੋ ਜਾਏਗੀ, ਤਾਂ ਉਹਨੂੰ ਤੁਸੀਂ ਡਬਲ ਐਂਟਰੀ ਸਿਸਟਮ ਕਹਿੰਦੇ ਹੋ। ਡਬਲ ਐਂਟਰੀ ਸਿਸਟਮ ਦਾ ਜਿਹੜਾ ਫਾਇਦਾ ਇਹ ਹੁੰਦਾ ਕਿ ਇਹਦੇ 'ਚ ਡਿਟੇਲ ਆ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ। ਡਿਟੇਲ ਦਿਸ ਗਿਵਸ ਡਿਟੇਲ ਆਫ ਦੀ ਅਕਾਊਂਟਸ, ਦੀ ਅਮਾਊਂਟ ਆਫ ਮਨੀ ਐਜ਼ ਵੈਲ ਐਜ਼ ਨੇਮ ਆਫ ਦੀ ਪਰਸਨ ਐਂਡ ਵਿਦ ਹੂਮ ਦ ਟ੍ਰਾਂਜੈਕਸ਼ਨ ਵਾਜ਼ ਮੇਡ। ਇਹ ਸਾਰਾ ਕੁਛ ਇਹਦੇ ਵਿੱਚ ਹੋਏਗਾ। ਉਸ ਤੋਂ ਬਾਅਦ ਅਰਿਥਮੈਟੀਕਲ ਐਕਿਊਰੇਸੀ ਰਹੇਗੀ, ਮਤਲਬ ਤੁਸੀਂ ਗਿਵਿੰਗ ਐਂਡ ਜਿਹੜੀ ਰਿਸੀਵਿੰਗ ਦੋਨੋਂ ਐਂਟਰੀਜ਼ ਕਰ ਰਹੇ ਹਾਂ, ਕਿਹਨੂੰ ਦਿੱਤਾ ਅਤੇ ਕਿੱਥੋਂ ਲਿਆ। ਅਤੇ ਡਬਲ ਐਂਟਰੀ ਜਦੋਂ ਹੋ ਜਾਏਗੀ, 2 ਐਂਟਰੀਜ਼ ਜਦੋਂ ਹੋਣਗੀਆਂ ਤਾਂ ਉਹਦੇ ਨਾਲ ਤੁਹਾਡੀ ਐਕਿਊਰੇਸੀ ਰਹੇਗੀ। ਤੁਸੀਂ ਇੱਕ ਜਗ੍ਹਾ ਗਲਤ ਵੀ ਐਂਟਰੀ ਕਰ ਲਓਗੇ ਤਾਂ ਚੈੱਕ ਕੀਤੀ ਜਾ ਸਕਦੀ ਹੈ। ਕੰਪਲੀਟ ਰਿਕਾਰਡ ਰਹੇਗਾ, ਤੁਸੀਂ ਮੰਨ ਲਓ ਕਿਸ ਤੋਂ ਲਿਆ ਅਤੇ ਕਿਸ ਨੂੰ ਦਿੱਤਾ, ਕੰਪਲੀਟ ਰਿਕਾਰਡ ਰਹੇਗਾ। ਇਨਫੋਰਮੇਸ਼ਨ ਅਬਾਊਟ ਐਂਟਰਪ੍ਰਾਈਜ਼ ਐਂਡ ਦੀ ਫਰਮ, ਇਹਦੇ ਵਿੱਚ ਤੁਹਾਨੂੰ ਫਰਮ ਦੀ ਵੀ ਡਿਟੇਲ 'ਚ ਇਨਫੋਰਮੇਸ਼ਨ ਰਹੇਗੀ ਅਤੇ ਐਂਟਰਪ੍ਰਾਈਜ਼ ਦੀ ਵੀ ਰਹੇਗੀ। ਉਸ ਤੋਂ ਬਾਅਦ ਆਟੋਮੈਟਿਕਲੀ ਚੈੱਕ ਹੋ ਜਾਏਗਾ, ਤੁਹਾਡੀ ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ ਹੋਏਗੀ ਤਾਂ ਆਟੋਮੈਟਿਕਲੀ ਚੈੱਕ ਹੋ ਜਾਏਗਾ। ਕਿਉਂਕਿ ਜੇ ਤੁਸੀਂ ਡਬਲ ਐਂਟਰੀ ਸਿਸਟਮ ਕਰਦੇ ਪਏ, ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ ਆਉਂਦੀ ਪਈ ਤਾਂ ਆਟੋਮੈਟਿਕ ਚੈੱਕ ਹੁੰਦਾ ਪਿਆ। ਉਸ ਤੋਂ ਬਾਅਦ ਤੁਹਾਡੀ ਪਰਫੋਰਮੈਂਸ ਚੈੱਕ ਕਰਨ ਦੇ ਲਈ ਡਬਲ ਐਂਟਰੀ ਸਿਸਟਮ ਬਹੁਤ ਵਧੀਆ ਸਿਸਟਮ ਜਿਹੜਾ ਮੰਨਿਆ ਜਾਂਦਾ। ਉਸ ਤੋਂ ਬਾਅਦ ਸਿੰਗਲ ਐਂਟਰੀ ਸਿਸਟਮ ਹੈਗਾ ਜੀ। ਸਿੰਗਲ ਐਂਟਰੀ ਸਿਸਟਮ ਦੇ ਵਿੱਚ ਸਿਰਫ ਅਸੀਂ ਇਨ ਦਿਸ ਸਿਸਟਮ ਓਨਲੀ ਦ ਪਰਸਨਲ ਅਕਾਊਂਟਸ ਆਰ ਮੇਨਟੇਨਡ ਐਂਡ ਦੀ impersonal accounts are avoided। ਇਹਦੇ ਵਿੱਚ the debit and the credit amount is mentioned, only the entries for the debtors and creditors are filled। ਮਤਲਬ ਜੇ ਦਿੱਤਾ ਤਾਂ ਐਂਟਰੀ, ਜੇ ਲਿਆ ਤਾਂ ਐਂਟਰੀ। ਉਹ ਡਬਲ ਐਂਟਰੀ ਨਹੀਂ ਕਿ ਕਿਸ ਨੂੰ ਪੇ ਕੀਤਾ ਕਿੱਦਾਂ ਕੀਤਾ। ਇਹਦੇ ਸਿੰਗਲ ਐਂਟਰੀ ਸਿਸਟਮ ਵਾਲਾ ਜਿਹੜਾ ਉਹ ਸਿਸਟਮ ਅਡਾਪਟ ਕੀਤਾ ਜਾਂਦਾ ਕਿ ਇੱਕ ਵਾਰ ਐਂਟਰੀ ਜਿਹੜੀ ਆ ਉਹ ਕੀਤੀ ਜਾਏਗੀ। ਉਸ ਤੋਂ ਬਾਅਦ ਅੱਗੇ ਹੈਗਾ ਜੀ ਫੀਚਰਸ ਆਫ ਗੁੱਡ ਫਾਰਮ ਅਕਾਊਂਟ। ਦੇਖੋ ਹੁਣ ਫਾਰਮ ਅਕਾਊਂਟ ਤਾਂ ਸਾਡੇ ਕੋਲੇ ਡਬਲ ਐਂਟਰੀ ਸਿਸਟਮ ਵੀ ਹੋ ਗਿਆ, ਸਿੰਗਲ ਐਂਟਰੀ ਸਿਸਟਮ ਵੀ ਹੋ ਗਿਆ, ਫਾਰਮ ਫਾਈਨੈਂਸ਼ੀਅਲ ਅਕਾਊਂਟ ਵੀ ਹੋ ਗਿਆ, ਫਾਰਮ ਕਾਸਟ ਅਕਾਊਂਟਿੰਗ ਵੀ ਹੋ ਗਈ ਅਤੇ ਫਾਰਮ ਇਨਵੈਂਟਰੀ ਵੀ ਹੋ ਗਈ, ਹੈ ਨਾ, ਟਾਈਪਸ ਜਿਹੜੀਆਂ ਉਹਦੀਆਂ। ਪਰ ਚੰਗੇ ਹੁਣ ਤੁਸੀਂ ਕਿਹੜਾ ਅਕਾਊਂਟ ਜਿਹੜਾ ਕਿਹੜਾ ਫਾਰਮ ਅਕਾਊਂਟ ਅਡੋਪਟ ਕਰਨਾ, ਉਹਦੇ ਫੀਚਰਸ ਕੀ ਹੋਣੇ ਚਾਹੀਦੇ ਆ। ਸਭ ਤੋਂ ਪਹਿਲਾਂ ਇਟ ਸ਼ੁੱਡ ਬੀ ਸਿੰਪਲ ਐਂਡ ਈਜ਼ੀ। ਜਿਹੜਾ ਵੀ ਤੁਸੀਂ ਸਿਸਟਮ ਅਡੋਪਟ ਕਰਦੇ ਪਏ ਹੋ ਸਿੰਪਲ ਅਤੇ ਈਜ਼ੀ ਹੋਣਾ ਚਾਹੀਦਾ। ਉਹਦੇ ਵਿੱਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਹੋਵੇ, ਵਾਈਡ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੋਵੇ, ਉਹਨੂੰ ਦੇਖ ਕੇ ਹੀ ਤੁਹਾਨੂੰ ਕਿਸੇ ਨੂੰ ਕੁਛ ਹੋਰ ਪੁੱਛਣ ਦੀ ਲੋੜ ਨਾ ਪੈਂਦੀ ਹੋਵੇ। ਅਤੇ ਉਹਦੇ ਵਿੱਚ ਅਲੱਗ-ਅਲੱਗ ਪਾਰਟਸ ਹੋਣ ਅਤੇ ਉਹਨੂੰ ਅਲੱਗ-ਅਲੱਗ ਹਿੱਸਿਆਂ 'ਚ ਡਿਵਾਈਡ ਕੀਤਾ ਹੋਵੇ ਤਾਂ ਜੋ ਬਾਅਦ 'ਚ ਉਹਦੀ ਕੈਲਕੂਲੇਸ਼ਨ ਜਿਹੜੀ ਆ ਸਾਰਾ ਕੁਛ ਸੌਖਾ ਰਹੇ। ਕੁਆਂਟਿਟੀ ਅਤੇ ਅਮਾਊਂਟ ਵੀ ਲਿਖੀ ਹੋਵੇ, ਤੁਸੀਂ ਕਿੰਨਾ ਪੇ ਕੀਤਾ, ਕਿਸ ਨੂੰ ਪੇ ਕੀਤਾ, ਕਿੰਨੀ ਕੁਆਂਟਿਟੀ ਸੀ, ਜੇ ਕੋਈ ਚੀਜ਼ ਵੀ ਦਿੱਤੀ ਕਿੰਨੀ ਕੁਆਂਟਿਟੀ ਜਿਹੜੀ ਦਿੱਤੀ ਗਈ। ਉਹਦੇ ਵਿੱਚ ਸਫੀਸ਼ੀਐਂਟ ਸਪੇਸ ਹੋਣੀ ਚਾਹੀਦੀ ਹੈ ਸਾਰੀਆਂ ਐਂਟਰੀਜ਼ ਲਈ। ਮਤਲਬ ਉਹ ਬਹੁਤ ਜ਼ਿਆਦਾ ਜਿਹੜਾ ਆ ਉਹ ਕਲੀਅਰ ਜਿਹੜਾ ਹੋਣਾ ਚਾਹੀਦਾ, ਈਜ਼ੀ ਟੂ ਰੀਡ ਹੋਣਾ ਚਾਹੀਦਾ। ਉਸ ਤੋਂ ਬਾਅਦ ਇੰਸਟਰਕਸ਼ਨਸ ਜਿਹੜੀਆਂ ਉਹ ਤੁਸੀਂ ਦੇ ਸਕਦੇ ਹੋ ਉਹਦੇ ਵਿੱਚ ਕਿ ਐਂਟਰੀਜ਼ ਜਿਹੜੀਆਂ ਤੁਸੀਂ ਦਿੱਤੀਆਂ ਹੋਈਆਂ ਉਹਦੇ ਵਿੱਚ ਉਹਨਾਂ ਦੀ ਰਿਕਾਰਡਿੰਗ ਜਿਹੜੀ ਕੀਤੀ ਹੋਈ ਆ ਉਹਦੀਆਂ ਕਈ ਵਾਰ ਆਪਾਂ ਐਬਰੀਵੀਏਸ਼ਨ ਯੂਜ਼ ਕਰ ਲੈਂਦੇ, ਉਹਦੀਆਂ ਇੰਸਟਰਕਸ਼ਨਸ ਜਿਹੜੀਆਂ ਉਹ ਥੱਲੇ ਲਿਖ ਸਕਦੇ ਹੋ ਤੁਸੀਂ। ਅਨਾਲਿਸਿਸ ਅਤੇ ਇੰਟਰਪ੍ਰੀਟੇਸ਼ਨ ਆ ਜਿਹੜੀ ਉਹ ਉਹਨਾਂ ਦੀ ਪ੍ਰੋਪਰ ਮੇਨਟੇਨ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਜਦੋਂ ਵੀ ਚੈੱਕ ਕੀਤਾ ਜਾਵੇ ਉਹਨਾਂ ਦਾ ਅਨਾਲਿਸਿਸ ਜਿਹੜਾ ਉਹ ਕੀਤਾ ਜਾ ਸਕੇ, ਉਹਨਾਂ ਨੂੰ ਇੰਟਰਪ੍ਰੈਟ ਕੀਤਾ ਜਾ ਸਕੇ। ਨੈਕਸਟ ਜਿਹੜਾ ਟੋਪਿਕ ਅੱਜ ਦੇ ਲੈਕਚਰ ਦੇ ਵਿੱਚ ਹੀ ਅਸੀਂ ਕਰਾਂਗੇ ਉਹ ਹੈਗਾ ਪਾਰਟਸ ਆਫ ਫਾਰਮ ਰਿਕਾਰਡਸ। ਜਦੋਂ ਹੁਣ ਅਸੀਂ ਫਾਰਮ ਦੇ ਰਿਕਾਰਡ ਰੱਖਦੇ ਹਾਂ ਕਿਸੇ ਮਰਜ਼ੀ ਤਰੀਕੇ ਨਾਲ ਰੱਖੀਏ, ਚਾਹੇ ਅਸੀਂ ਡਬਲ ਐਂਟਰੀ ਸਿਸਟਮ 'ਚ ਰੱਖੀਏ, ਚਾਹੇ ਸਿੰਗਲ ਐਂਟਰੀ ਸਿਸਟਮ 'ਚ ਰੱਖੀਏ, ਜਾਂ ਕੋਈ ਵੀ ਰਿਕਾਰਡ ਜਿਹੜਾ ਅਸੀਂ ਅਡੋਪਟ ਕਰੀਏ, ਇਹਦੇ ਵਿੱਚ ਇਹਦੇ ਜਿਹੜੇ ਰਿਕਾਰਡਸ ਆ ਫਾਰਮ ਦੇ ਉਹ ਕਿਹੜੇ ਕਿਹੜੇ ਹੁੰਦੇ ਆ। ਸਭ ਤੋਂ ਪਹਿਲਾਂ ਫਾਰਮ ਫਿਜ਼ੀਕਲ ਰਿਕਾਰਡਸ ਹੋਣਗੇ, ਫਿਰ ਫਾਰਮ ਫਾਈਨੈਂਸ਼ੀਅਲ ਰਿਕਾਰਡਸ ਹੋਣਗੇ, ਅਤੇ ਇੱਕ ਸਪਲੀਮੈਂਟਰੀ ਫਾਰਮ ਰਿਕਾਰਡਸ ਜਿਹੜੇ ਵਾਧੂ ਦਾ ਕੋਈ ਬਚਿਆ ਜਿਹੜਾ ਅਸੀਂ ਨਾ ਤਾਂ ਉਹਨੂੰ ਫਿਜ਼ੀਕਲ ਰਿਕਾਰਡ ਦੇ ਵਿੱਚ ਸ਼ਾਮਿਲ ਕੀਤਾ ਨਾ ਫਾਈਨੈਂਸ਼ੀਅਲ ਰਿਕਾਰਡ 'ਚ ਸ਼ਾਮਿਲ ਕੀਤਾ, ਉਹਨੂੰ ਅਸੀਂ ਸਪਲੀਮੈਂਟਰੀ 'ਚ ਸਪਲੀਮੈਂਟਰੀ ਫਾਰਮ ਰਿਕਾਰਡ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰ ਲਾਂਗੇ। ਇੱਥੇ ਥੋੜ੍ਹੀ ਜਿਹੀ ਕਰੈਕਸ਼ਨ ਆ ਉਹਨੂੰ ਧਿਆਨ ਦੇ ਵਿੱਚ ਦਿਓ। ਇਹ ਫਾਰਮ ਆ FARM, ਅਤੇ ਇਹ ਵੀ ਫਾਰਮ ਹੈ ਅਤੇ ਇਹ ਵੀ ਫਾਰਮ ਹੈ, ਮੀਨਜ਼ ਇਹ ਸਾਰੀ ਜਗ੍ਹਾ 'ਤੇ ਫਾਰਮ ਅਤੇ ਫਾਰਮ ਹੀ ਹੈ। ਠੀਕ ਹੈ ਜੀ, ਇਹਨੂੰ ਥੋੜ੍ਹਾ ਜਿਹਾ ਧਿਆਨ 'ਚ ਦਈਓ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੇ ਫਾਰਮ ਰਿਕਾਰਡਸ ਫਿਜ਼ੀਕਲ ਦਿਸ ਫਿਜ਼ੀਕਲ ਐਸਪੈਕਟ ਆਫ ਦੀ ਫਾਰਮ ਲਾਈਕ ਉਹਦੇ ਵਿੱਚ ਫਾਰਮ 'ਚ ਕਿਹੜੀਆਂ ਫਿਜ਼ੀਕਲ ਚੀਜ਼ਾਂ ਜਿਹੜੀਆਂ ਪਾਈਆਂ ਜਾਂਦੀਆਂ। ਫਿਜ਼ੀਕਲ ਮੀਨਸ ਜਿਹਨੂੰ ਤੁਸੀਂ ਟੱਚ ਵੀ ਕਰ ਸਕਦੇ ਹੋ, ਜਿਹਨੂੰ ਤੁਸੀਂ ਦੇਖ ਵੀ ਸਕਦੇ ਹੋ, ਲੈਂਡ, ਕ੍ਰੋਪਸ, ਮਸ਼ੀਨਰੀ, ਫੀਡ, ਲਾਈਫ ਸਟਾਕਸ, ਐਨੀਮਲਸ ਸਾਡੇ ਕੋਲ ਹੁੰਦੇ ਆ, ਉਹ ਸਾਰੇ ਇਸ ਇਹਨਾਂ ਰਿਕਾਰਡਸ 'ਤੇ ਉਹਨਾਂ ਸਾਰਿਆਂ ਦਾ ਰਿਕਾਰਡਸ ਜਿਹੜਾ ਉਹ ਫਾਰਮ ਦੇ ਫਿਜ਼ੀਕਲ ਰਿਕਾਰਡਸ ਦੇ ਵਿੱਚ ਰੱਖਿਆ ਜਾਂਦਾ। ਇਹਦੇ ਵਿੱਚ ਕੀ ਕੀ ਹੋਏਗਾ, ਸਭ ਤੋਂ ਪਹਿਲਾਂ ਤਾਂ ਫਾਰਮ ਲੇਆਊਟ। ਇਹਦੇ ਵਿੱਚ ਸਭ ਤੋਂ ਪਹਿਲਾਂ ਹੋਏਗਾ ਫਾਰਮ ਦਾ ਲੇਆਊਟ, ਕਿ ਫਾਰਮ ਜਿਹੜਾ ਉਹ ਕਿਸ ਤਰ੍ਹਾਂ ਦਾ ਹੈਗਾ ਆ।
ਦੀ ਮੈਪ ਆਫ ਦੀ ਫਾਰਮ ਲੈਂਡ। ਇਹਦੇ ਵਿੱਚ ਉਹਦੀ ਫਾਰਮ ਦੀ ਲੋਕੇਸ਼ਨ ਹੋਏਗੀ, ਉਹਦੀਆਂ ਬਾਉਂਡਰੀਜ਼ ਹੋਣਗੀਆਂ, ਉਹਦੇ 'ਤੇ ਕਿੱਦਾਂ ਦੀਆਂ ਬਿਲਡਿੰਗਸ ਆ, ਉਹਨੂੰ ਕਿਹੜੇ ਕਿਹੜੇ ਰੋਡ ਅਟੈਚ ਆ, ਅਪਰੋਚ ਜਿਹੜੇ ਰੋਡਸ ਕਿਹੜੇ ਆ, ਕਿੰਨੇ ਟਿਊਬਲਸ ਹੈਗੇ ਆ, ਕਿੰਨੇ ਵਾਟਰ ਚੈਨਲਸ ਹੈਗੇ ਆ, ਉਹ ਸਾਰੇ ਉਹਦੇ ਮੈਪ ਦੇ ਵਿੱਚ ਹੀ ਸਾਨੂੰ ਪਤਾ ਲੱਗ ਜਾਣਗੇ। ਸਭ ਤੋਂ ਪਹਿਲਾਂ ਤਾਂ ਉਹਦਾ ਲੇਆਊਟ ਹੋਏਗਾ, ਉਹ ਮੈਪ ਦੇਖ ਕੇ ਸਾਨੂੰ ਪਤਾ ਚੱਲ ਜਾਏਗਾ ਕਿ ਕਿੱਦਾਂ ਦੀਆਂ ਬਾਉਂਡਰੀਜ਼ ਆ, ਕਿੰਨਾ ਏਰੀਆ ਹੈਗਾ, ਕਿੱਦਾਂ ਦੀ ਬਿਲਡਿੰਗ ਆ, ਕਿੰਨੇ ਰੋਡਸ ਉਹਨੂੰ ਅਟੈਚ ਆ, ਉਹਦੇ ਜਿਹੜੇ ਅਪਰੋਚ ਰੋਡਸ ਕਿਹੜੇ ਹੈਗੇ ਆ, ਟਿਊਬਲਸ ਵਗੈਰਾ, ਉਹ ਸਾਰੀ ਇਨਫੋਰਮੇਸ਼ਨ ਸਾਨੂੰ ਉਹਦੇ ਲੇਆਊਟ ਤੋਂ ਪਤਾ ਚੱਲ ਜਾਏਗੀ। ਲਾਈਕ ਇੱਕ ਮੈਪ, ਜਿਸ ਤਰ੍ਹਾਂ ਆਪਣਾ ਜੋ ਕਾਲਜ 'ਚ ਐਂਟਰ ਕਰਦੇ ਹਾਂ ਤਾਂ ਆਪਾਂ ਲੈਫਟ ਹੈਂਡ ਸਾਈਡ 'ਤੇ ਇੱਕ ਮੈਪ ਆ, ਤਾਂ ਉਹਨੂੰ ਦੇਖ ਕੇ ਪਤਾ ਚੱਲ ਜਾਂਦਾ ਕਿ ਸਾਡੇ ਕਾਲਜ 'ਚ ਲਾਇਬ੍ਰੇਰੀ ਕਿੱਥੇ ਹੋਏਗੀ, ਤੁਹਾਡੇ ਸਟਾਫ ਰੂਮ ਕਿੱਥੇ ਹੋਏਗਾ, ਤੁਹਾਡੇ ਡਿਪਾਰਟਮੈਂਟ ਜਿਹੜੇ ਰੂਮਸ ਆ ਉਹ ਕਿੱਥੇ ਹੋਣਗੇ, ਤੁਹਾਡੇ ਕਲਾਸਰੂਮਸ ਕਿੱਥੇ ਹੈਗੇ ਆ, ਤੁਹਾਡਾ ਆਫਿਸ ਕਿੱਥੇ ਆ, ਮੀਨਸ ਤੁਹਾਡਾ ਕੰਪਿਊਟਰ ਰੂਮ ਕਿੱਥੇ ਹੋਏਗਾ। ਇਹ ਸਾਰਾ ਤੁਹਾਨੂੰ ਉਹਦੇ ਲੇਆਊਟ ਤੋਂ ਪਤਾ ਲੱਗ ਜਾਂਦਾ, ਜਿਹਨੂੰ ਤੁਸੀਂ ਮੈਪ ਕਹਿ ਦਿੰਦੇ ਉਹ ਤੋਂ ਪਤਾ ਚੱਲ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਲੈਂਡ ਯੂਟੀਲਾਈਜੇਸ਼ਨ ਰਿਕਾਰਡ ਦੂਸਰਾ, ਕਿ ਤੁਹਾਡੇ ਕੋਲ ਟੋਟਲ ਕਿੰਨਾ ਏਰੀਆ ਹੈਗਾ, ਉਹਦੇ ਵਿੱਚੋਂ ਕਿੰਨਾ ਯੂਜ਼ ਹੁੰਦਾ ਪਿਆ, ਅਤੇ ਕਿੰਨਾ ਇਰੀਗੇਟਡ ਹੈ ਅਤੇ ਕਿੰਨਾ ਅਨਇਰੀਗੇਟਡ ਹੈ, ਅਤੇ ਕਿੰਨੇ ਦੇ ਵਿੱਚ ਬਿਲਡਿੰਗ ਤੁਸੀਂ ਬਣਾਈ ਹੋਈ ਹੈ। ਇਹ ਸਾਰੀ ਕਿ ਫਾਰਮ ਦਾ ਕਿੰਨਾ ਜਿਹੜੇ ਯੂਟੀਲਾਈਜੇਸ਼ਨ ਰਿਕਾਰਡ ਆ ਕਿ ਕਿੰਨੀ ਲੈਂਡ ਹੈ ਅਤੇ ਕਿੱਦਾਂ ਉਹ ਯੂਜ਼ ਹੁੰਦੀ ਪਈ ਆ। ਉਸ ਤੋਂ ਬਾਅਦ ਨੈਕਸਟ ਜਿਹੜਾ ਫਿਜ਼ੀਕਲ ਰਿਕਾਰਡ ਹੈਗਾ ਫਾਰਮ ਦਾ, ਉਹ ਹੈਗਾ ਕ੍ਰੋਪਿੰਗ ਪੈਟਰਨ। ਕਿੱਦਾਂ ਦਾ ਕ੍ਰੋਪਿੰਗ ਪੈਟਰਨ ਤੁਸੀਂ ਹਾੜੀ ਅਤੇ ਸੌਣੀ, ਖਰੀਫ ਐਂਡ ਰਬੀ ਦੇ ਸੀਜ਼ਨਸ ਦੇ ਵਿੱਚ ਕਿੱਦਾਂ ਦੇ ਜਿਹੜੇ ਕਿਹੜੇ ਕ੍ਰੋਪਿੰਗ ਪੈਟਰਨ ਜਿਹੜੇ ਤੁਸੀਂ ਅਡੋਪਟ ਕਰਦੇ ਹੋ ਪਏ ਹੋ, ਪੈਡੀ, ਕਾਟਨ, ਮੇਜ਼, ਫੋਡਰ, ਸ਼ੂਗਰ ਕੇਨ, ਕੀ ਤੁਸੀਂ ਜਿਹੜਾ ਉਹਦੇ ਵਿੱਚ ਉਗਾਉਂਦੇ ਪਏ ਹੋ, ਹੈ ਨਾ। ਉਸ ਤੋਂ ਬਾਅਦ ਪ੍ਰੋਡਕਸ਼ਨ ਰਿਕਾਰਡਸ ਦੇ ਵਿੱਚ ਆ ਜਾਏਗਾ ਤੁਸੀਂ ਕਿੰਨੀ ਪ੍ਰੋਡਕਸ਼ਨ ਕਰਦੇ ਪਏ ਹੋ, ਕਿੰਨਾ ਏਰੀਆ ਸੀ, ਕਿੰਨੇ ਕੁਆਂਟਲ ਪ੍ਰੋਡਕਸ਼ਨ ਹੋਈ ਆ ਉਹਦੀ, ਅਤੇ ਉਹਦੇ ਵਿੱਚ ਫਿਰ ਉਹਦੀ ਵੈਲਿਊ ਕਿੰਨੀ ਆ ਪ੍ਰੋਡਕਸ਼ਨ ਦੀ। ਇਹ ਨਹੀਂ ਕਿ ਕਿੰਨੇ ਕੁਆਂਟਲ ਹੋਈ ਆ, ਕਿੰਨੀ ਪ੍ਰੋਡਕਸ਼ਨ ਆ, ਦੀ ਵੈਲਿਊ ਕਿੰਨੀ ਆ, ਮੋਨਟਰੀ ਵੈਲਿਊ ਕਿੰਨੀ ਆ ਉਹਦੀ। ਉਸ ਤੋਂ ਬਾਅਦ ਲੇਬਰ ਰਿਕਾਰਡਸ ਵੀ ਰੱਖੇ ਜਾਂਦੇ ਆ ਕਿ ਉਹਦੇ ਵਿੱਚ ਸਿੰਪਲ ਲੇਬਰ ਰਿਕਾਰਡ ਵੀ ਹੋ ਸਕਦਾ, ਕੰਪਲੀਟ ਲੇਬਰ ਰਿਕਾਰਡ ਵੀ ਹੋ ਸਕਦਾ। ਸਿੰਪਲ ਲੇਬਰ ਰਿਕਾਰਡ ਦੇ ਵਿੱਚ ਤਾਂ ਕਿ ਅਸੀਂ ਇੰਨੇ ਲੇਬਰਰਸ ਕੰਮ 'ਤੇ ਲਗਾਏ, ਅਤੇ ਕੰਪਲੀਟ ਲੇਬਰ ਰਿਕਾਰਡ ਦੇ ਵਿੱਚ ਕਿੰਨੇ ਲਗਾਏ, ਕਿਹੜੇ ਪਰਪਜ਼ ਲਈ ਲਗਾਏ, ਕਿੰਨਿਆਂ ਨੂੰ ਤੁਸੀਂ ਇਰੀਗੇਸ਼ਨ ਲਈ ਲਗਾਇਆ, ਕਿੰਨਿਆਂ ਨੂੰ ਤੁਸੀਂ ਹਾਰਵੈਸਟਿੰਗ ਲਈ ਲਗਾਇਆ, ਕਿੰਨੇ ਪਲੋਇੰਗ ਲਈ ਲਗਾਏ, ਮਤਲਬ ਕਿੰਨੇ ਵਾਢੀ ਕਰਨ ਲਈ ਲਗਾਏ, ਕਿੰਨੇ ਬੀਜਣ ਦੇ ਲਈ ਲਗਾਏ, ਕਿੰਨੇ ਪਾਣੀ ਲਗਾਉਣ ਦੇ ਲਈ ਲਗਾਏ, ਹੈ ਨਾ। ਉਹ ਸਾਰੀ ਤੁਸੀਂ ਕੰਪਲੀਟ ਲੇਬਰ ਦਾ ਰਿਕਾਰਡ ਵੀ ਰੱਖ ਸਕਦੇ ਹੋ। ਉਸ ਤੋਂ ਬਾਅਦ ਮਸ਼ੀਨਰੀ ਰਿਕਾਰਡ, ਤੁਹਾਡੇ ਕੋਲ ਕਿੰਨੀ ਮਸ਼ੀਨਰੀ ਹੈਗੀ ਆ, ਉਹਦੀ ਕਾਸਟ ਕਿੰਨੀ ਹੈਗੀ ਆ, ਔਰ ਕਦੋਂ ਲਈ ਗਈ ਸੀ, ਉਹਦੀ ਡੈਪਰੀਸ਼ੀਏਸ਼ਨ ਕਿੰਨੀ ਹੋਈ ਆ, ਉਹ ਸਾਰਾ ਰਿਕਾਰਡ ਇਹਦੇ 'ਚ ਹੋਏਗਾ। ਅਤੇ ਇੱਕ ਸਟਾਕ ਰਜਿਸਟਰ ਹੋਏਗਾ, ਜਿਹਦੇ ਵਿੱਚ ਪੂਰਾ ਸਟਾਕ ਆ ਜਿਹੜਾ ਤੁਹਾਡਾ ਹੋਏਗਾ ਕਿ ਤੁਹਾਡੇ ਕੋਲ ਕਿੰਨੀਆਂ ਇਨਪੁਟਸ ਹੈਗੀਆਂ ਅਤੇ ਕਿੰਨੀਆਂ ਆਊਟਪੁੱਟਸ ਜਿਹੜੀਆਂ ਉਹ ਟੋਟਲ, ਮਤਲਬ ਤੁਸੀਂ ਕਿੰਨੇ ਸੀਡ, ਕਿੰਨੇ ਫਰਟੀਲਾਈਜ਼ਰ, ਕਿੰਨੇ ਪੈਸਟੀਸਾਈਡ ਜਿਹੜੇ ਪਰਚੇਜ਼ ਕੀਤੇ, ਕਿੰਨੀਆਂ ਐਗਰੀਕਲਚਰਲ ਇਨਪੁਟਸ ਪਰਚੇਜ਼ ਕੀਤੀਆਂ, ਅਤੇ ਆਊਟਪੁੱਟ ਦੇ ਵਿੱਚ ਫਿਰ ਤੁਹਾਡੀ ਆਊਟਪੁੱਟ ਕਿੰਨੀ ਹੋਈ ਅਤੇ ਕਿੰਨੀ ਤੁਸੀਂ ਵੇਚੀ, ਕਿੰਨੇ ਡੋਮੈਸਟਿਕ ਪਰਪਜ਼ ਲਈ ਰੱਖੀ, ਪੂਰਾ ਰਿਕਾਰਡ ਜਿਹੜਾ ਇਹਦੇ ਵਿੱਚ ਉਹ ਹੋਏਗਾ। ਨੈਕਸਟ ਜਿਹੜਾ ਹੈਗਾ ਫਾਰਮ ਫਾਈਨੈਂਸ਼ੀਅਲ ਰਿਕਾਰਡਸ ਆ। ਫਾਰਮ ਫਾਈਨੈਂਸ਼ੀਅਲ ਰਿਕਾਰਡਸ ਦੇ ਵਿੱਚ ਤਾਂ ਫਾਈਨਾਂਸ ਨਾਲ ਰਿਲੇਟਡ, ਕਿਉਂਕਿ ਫਾਈਨੈਂਸ਼ੀਅਲ ਆਸਪੈਕਟ ਹੈਗਾ ਇਹਦੇ ਵਿੱਚ, ਫਾਰਮ ਨਾਲ ਦੇ ਫਾਈਨਾਂਸ ਨਾਲ ਰਿਲੇਟਡ ਜਿਹੜੇ ਰਿਕਾਰਡਸ ਆ ਉਹ ਰੱਖੇ ਜਾਂਦੇ ਆ। ਇਨਕਮ ਅਤੇ ਐਕਸਪੈਂਡੀਚਰ ਦਾ ਜਿਹੜਾ ਰਿਕਾਰਡ ਹੋਏਗਾ, ਇਨਕਮ ਕਿੱਥੋਂ ਆਉਂਦੀ ਪਈ ਆ, ਐਕਸਪੈਂਡੀਚਰ ਕਿੱਥੇ ਹੁੰਦਾ ਪਿਆ ਔਰ ਕਿੰਨਾ ਹੁੰਦਾ ਪਿਆ, ਇਹ ਪੂਰਾ ਡਿਟੇਲ ਰਿਕਾਰਡ ਹੋਏਗਾ। ਇਹਦੇ ਵਿੱਚ ਫਾਰਮ ਕੈਸ਼ ਅਕਾਊਂਟ ਆਉਂਦਾ ਅਤੇ ਫਾਰਮ ਇਨਵੈਂਟਰੀ ਆਉਂਦੀ ਆ। ਕੈਸ਼ ਅਕਾਊਂਟਸ ਦੇ ਵਿੱਚ ਤਾਂ ਫਿਰ ਉਹੀ ਕਿ ਤੁਹਾਡੀ ਇਨਕਮ ਕਿੰਨੀ ਹੁੰਦੀ ਪਈ ਆ, ਤੁਸੀਂ ਕਿਹਨੂੰ ਪੇਮੈਂਟ ਕੀਤੀ ਆ, ਅਤੇ ਤੁਹਾਡੀ ਇਨਕਮ ਕਿੱਥੋਂ ਆਉਂਦੀ ਪਈ ਆ, ਅਤੇ ਤੁਸੀਂ ਪੇਮੈਂਟ ਆ ਜਿਹੜੀ ਉਹ ਕਿਹਨੂੰ ਕੀਤੀ, ਇਹ ਰਿਕਾਰਡ ਹੋਏਗਾ। ਅਤੇ ਫਾਰਮ ਇਨਵੈਂਟਰੀ ਦੇ ਵਿੱਚ ਵੀ ਫਿਰ ਜਿਹੜਾ ਤੁਹਾਡਾ ਇਹ ਹੋਏਗਾ ਕਿ ਜਿਹੜੀ ਤੁਹਾਡੀ ਪ੍ਰੋਪਰਟੀ ਆ, ਲਿਸਟ ਆਫ ਦੀ ਪ੍ਰੋਪਰਟੀ ਆਫ ਦੀ ਫਾਰਮ ਜਿਹੜੀ ਉਹ ਫਾਰਮ ਇਨਵੈਂਟਰੀ 'ਚ ਸ਼ੋ ਕੀਤੀ ਜਾਂਦੀ ਹੈ। ਇਹ ਸ਼ੋ ਕਰਦਾ ਕਿ ਕਿੰਨੀਆਂ ਫਿਜ਼ੀਕਲ ਆਈਟਮਸ ਹੈਗੀਆਂ ਅਤੇ ਉਹਨਾਂ ਦੀ ਵੈਲਿਊ ਆ ਜਿਹੜੀ ਉਹ ਪਾਰਟੀਕੂਲਰ ਡੇਟ 'ਤੇ ਕਿੰਨੀ ਆ। ਇਹਦੇ ਵਿੱਚ ਇਟ ਇਨਕਲੂਡਸ ਬਿਲਡਿੰਗ ਮਸ਼ੀਨਰੀ, ਲਾਈਵ ਸਟਾਕ, ਟੂਲਸ, ਫਰਟੀਲਾਈਜ਼ਰ, ਟਿਊਬਵੈੱਲ ਅਤੇ ਕੈਸ਼ ਇਨ ਹੈਂਡ। ਇਹਦੇ ਵਿੱਚ ਇਹ ਸਾਰੇ ਕੁਛ ਦਾ ਰਿਕਾਰਡ ਜਿਹੜਾ ਉਹ ਹੋਏਗਾ। ਔਰ ਅੱਜ ਇੰਨਾ ਕਾਫੀ ਇਸ ਲੈਕਚਰ ਦੇ ਵਿੱਚ। ਨੈਕਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਇਹਦਾ ਰਿਮੇਨਿੰਗ ਪਾਰਟ ਹੈ ਫਾਰਮ ਵੀਨਸ ਐਨਾਲਿਸਿਸ ਦਾ ਉਹ ਕਰਾਂਗੇ, ਅਤੇ ਮੋਸਟ ਪ੍ਰੋਬੇਬਲੀ ਇਹ ਨੈਕਸਟ ਲੈਕਚਰ ਦੇ ਵਿੱਚ ਕੰਪਲੀਟ ਹੋ ਜਾਏਗਾ। ਔਰ ਥੈਂਕ ਯੂ ਸੋ ਮਚ।